एक ओंकार सतगुरु प्रसाद। वाहिगुरु जी का खालसा वाहिगुरु जी की फतेह। ਜ਼ਫਰਨਾਮਾ ਸਾਹਿਬ ਦੀ ਇੱਕ ਲੜੀ ਸ਼ੁਰੂ ਕੀਤੀ ਹੈ, ਉਸ ਨੂੰ ਹੀ ਅੱਗੇ ਲੈ ਕੇ ਤੁਹਾਡੇ ਨਾਲ ਉਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੀ ਆਖਦੇ ਹਨ ਜ਼ਫਰਨਾਮਾ ਸਾਹਿਬ ਦੇ ਵਿੱਚ? ਬਜਾਇਸ਼ ਦਰਾਮਦ ਚੁਸ਼ੇਰੇ ਅਜ਼ੀਮ ਬਕੈਬਰ ਕਮਾ ਕਰਦ ਬਾਰਿਸ਼ ਕਰੀਮ। ਸੁਬੜ ਸਿੰਘ ਵੱਡੇ ਸ਼ੇਰ ਵਾਂਗੂ ਚੱਲ ਕੇ ਰਣ ਭੂਮੀ ਵਿੱਚ ਆ ਗਿਆ ਤੇ ਉਸਨੇ ਕਮਾਨ ਫੜ ਕੇ ਤੀਰਾਂ ਦਾ ਭਾਰੀ ਮੀਂਹ ਵਸਾ ਦਿੱਤਾ। ਚੱਪੋ ਰਾਸਤ ਉਕਰਦ ਖਮ ਕਰਦ ਰਾਸਤ ਗਰੇਬੇ ਕਮਾ ਚਰਖ ਚੀਨੀ ਵਿਖਾਸ਼ਤ। ਸੁਬੜ ਸਿੰਘ ਨੇ ਸੱਜੇ ਖੱਬੇ ਵਾਰ ਕੀਤੇ ਤੇ ਫਿਰ ਵਿੰਗੇ ਤੇ ਸਿੱਧੇ ਢੰਗ ਨਾਲ ਵੀ ਮੁਕਾਬਲਾ ਕੀਤਾ। ਉਸਦੇ ਹੱਥ ਵਿੱਚ ਚੀਨ ਦੇਸ਼ ਦਾ ਬਣਿਆ ਤੀਰ ਕਮਾਨ ਸੀ, ਜਿਸ ਦੀ ਕੜਕੜ ਦੀ ਆਵਾਜ਼ ਆਕਾਸ਼ ਤੱਕ ਗੂੰਜ ਉੱਠੀ। ਹਰਾ ਕਸ ਕੀ ਨੇਜ਼ ਹੈ ਬਿਫਤਾਦ ਮੁਸ਼ਤ ਦੁਤਾ ਗਸ਼ਤ ਮੁਸਤੇ ਹਮੇ ਚਾਰ ਗਸ਼ਤ। ਰਾਜਕੁਮਾਰੀ ਦੇ ਹੱਥ ਦਾ ਨੇਜਾ ਜਿਸ ਨੂੰ ਵੱਜਿਆ ਉਸਦੇ ਟੁਕੜੇ ਜਾਂ ਚਾਰ ਟੁਕੜੇ ਹੋ ਗਿਆ। ਬਿਆ ਵੇਖਤ ਬਾਦੀਗਰੇ ਬਾਜ਼ ਪਰ ਚੂ ਸ਼ੁਰਖ ਅਜ਼ਦਾ ਬਰ ਹਮੀ ਸ਼ੇਰ ਨਰ। ਦੋਵੇਂ ਇੱਕ ਦੂਜੇ ਨੂੰ ਇਸ ਤਰ੍ਹਾਂ ਚੰਬੜ ਗਏ ਜਿਵੇਂ ਬਾਜ ਆਪਣੇ ਸ਼ਿਕਾਰ ਨੂੰ ਚੰਬੜਦਾ, ਜਿਵੇਂ ਲਾਲ ਰੰਗ ਦਾ ਵੱਡਾ ਸੱਪ ਸੂਰਮੇ ਨੂੰ ਚੰਬੜਿਆ ਹੋਵੇ। ਚੁਨਾਬਾਨ ਅਫਤਾਦ ਤੀਰੋ ਤੁਫੰਗ ਜ਼ਿਮੀ ਕੁਸ਼ਤ ਗਾਨਸ਼ ਸ਼ੁਧ ਹੈ ਲਾਲ ਹੈ ਰੰਗ। ਤੀਰਾਂ ਤੇ ਗੋਲੀਆਂ ਦੀ ਅਜੀਬ ਮਾਰ ਪਈ ਕਿ ਧਰਤੀ ਮੁਰਦਿਆਂ ਦੇ ਲਹੂ ਨਾਲ ਲਾਲ ਰੰਗ ਦੀ ਹੋ ਗਈ। ਕੁਨਤ ਤੀਰ ਬਾਰਾਨ ਰੋਜ਼ੇ ਤਮਾਮ ਕਸੇਰਾਨ ਗਸ਼ਤੀਦ ਮਕਸੂਦ ਕਾਮ। ਸਾਰਾ ਦਿਨ ਦੋਹਾਂ ਸੂਰਮਿਆਂ ਨੇ ਤੀਰਾਂ ਦੀ ਵਰਖਾ ਕੀਤੀ, ਪਰ ਕਿਸੇ ਨੂੰ ਵੀ ਸਫਲਤਾ ਪ੍ਰਾਪਤ ਨਾ ਹੋਈ, ਭਾਵ ਦੋਹਾਂ ਵਿੱਚੋਂ ਕੋਈ ਵੀ ਜਿੱਤ ਨਾ ਸਕਿਆ। ਅੰਜ਼ ਜ਼ੰਗਜ਼ੋ ਮਾਂਦਗੀ ਮਾਂਦ ਹੈ ਗਸ਼ਤ ਬੇਅਫਤਾਦ ਹਰ ਦੋ ਦਰ ਆ ਪਹਿਨ ਦਸਤ। ਯੁੱਧ ਵਿੱਚ ਦੋਵੇਂ ਸੂਰਮੇ ਥੱਕ ਕੇ ਚੂਰ ਹੋ ਗਏ ਅਤੇ ਦੋਵੇਂ ਉਜਾੜ ਯੁੱਧ ਖੇਤਰ ਵਿੱਚ ਡਿੱਗ ਪਏ। ਸ਼ਹਿਨਸ਼ਾਹ ਰੂਮੀ ਸਿਪਰਦਾਦ ਰੋਏ ਦਿਗਰ ਸ਼ਾਹ ਪੈਦਾ ਸ਼ੁਧ ਹੈ ਨੇਕ ਖੋਏ। ਗਰਮ ਸੁਭਾਅ ਦੇ ਬਾਦਸ਼ਾਹ ਨੇ ਆਪਣੇ ਚਿਹਰੇ ਤੇ ਢਾਲ ਰੱਖ ਲਈ ਤੇ ਦੂਸਰਾ ਸੀਤਲ ਸੁਭਾਅ ਵਾਲਾ ਬਾਦਸ਼ਾਹ ਆ ਗਿਆ, ਭਾਵ ਸੂਰਜ ਡੁੱਬ ਗਿਆ ਤੇ ਚੰਦਰਮਾ ਨਿਕਲ ਆਇਆ। ਨਦਰ ਜੰਗ ਆਸੂਦ ਹੈ ਸ਼ੁੱਧ ਯਕ ਜਮਾ ਬੇਫਤਾਦ ਹਰ ਦੁਚੂਨੀ ਕੁਸ਼ਤਗਾ। ਇਸ ਜੰਗ ਵਿੱਚ ਕਿਸੇ ਨੂੰ ਵੀ ਜਿੱਤ ਪ੍ਰਾਪਤ ਨਾ ਹੋਈ ਅਤੇ ਅੰਤ ਵਿੱਚ ਮੁਰਦਿਆਂ ਵਾਂਗੂ ਦੋਵੇਂ ਹੀ ਮੈਦਾਨ ਵਿੱਚ ਡਿੱਗ ਪਏ। ਦਿਗਰ ਰੋਜ਼ ਬਰਖਾਸਤ ਹਰ ਦੂ ਬਜ਼ੰਗ ਬਿਆ ਵੇਖਤ ਬਾ ਯਕ ਦਿਗਰ ਚੂ ਨਿਹੰਗ। ਦੂਜੇ ਦਿਨ ਦੋਵੇਂ ਯੁੱਧ ਕਰਨ ਲਈ ਉੱਠ ਖੜੇ ਹੋਏ ਤੇ ਉੱਠਦਿਆਂ ਹੀ ਮਗਰਮੱਛ ਵਾਂਗੂ ਦੋਵੇਂ ਇੱਕ ਦੂਜੇ ਨਾਲ ਭਿੜ ਪਏ। ਵਜ਼ਾ ਹਰ ਦੂ ਤਨ ਕੁਜ਼ ਗਾਨੇ ਸ਼ੁਦ ਹੈ ਕਜ਼ਾ ਸੀਨ ਹੈ ਗਾਹੀਨ ਅਰਬਾ ਸ਼ੁਦ ਹੈ। ਯੁੱਧ ਵਿੱਚ ਦੋਹਾਂ ਦੇ ਸਰੀਰ ਕੁੱਬੇ ਹੋ ਗਏ ਤੇ ਛਾਤੀਆਂ ਲਾਲ ਹੋ ਗਈਆਂ, ਭਾਵ ਦੋਹਾਂ ਦੇ ਸਰੀਰ ਖੂਨ ਨਾਲ ਲਾਲੋ ਲਾਲ ਹੋ ਗਏ। ਬਰਕਸ਼ ਅੰਦਰ ਆਮਦ ਚੂ ਮੁਸ਼ਕੀ ਨਿਹੰਗ ਬਸੇ ਬੰਗਸ਼ੀ ਬੋਜ਼ ਬੰਗੋ ਪਿਲੰਗ। ਰਣ ਖੇਤਰ ਵਿੱਚ ਆ ਕੇ ਕਾਲੇ ਸੂਰਮੇ ਨੱਚ ਪਏ ਅਤੇ ਬਾਗੇਸ਼ ਦੇਸ਼ ਦੇ ਚੀਨ ਘੋੜੇ ਚੀਤਿਆਂ ਵਾਂਗੂ ਛਾਲਾ ਮਾਰਨ ਲੱਗ ਪਏ ਕਿ ਅਬਲਕ ਸਿਹਾ ਅਬਲਕੋ ਬੋਜ਼ ਬੋਰ ਬਰਕਸ਼ ਅੰਦਰ ਆਮਦ ਚੂ ਤਾਊਸ ਮੋਰ। ਡੱਬ ਖੜੱਬੇ ਕਾਲੇ ਗਦਰੇ ਤੇ ਚਿੱਤਰ ਮਿੱਤਰੇ ਘੋੜੇ ਮੋਰ ਵਾਂਗੂ ਨੱਚਣ ਲੱਗੇ, ਭਾਵ ਕਈ ਰੰਗਾਂ ਦੇ ਘੋੜੇ ਜੰਗ ਵਿੱਚ ਕੁੱਦਣ ਲੱਗੇ। ਜ਼ਿਰੈ ਪਾਰੈ ਸ਼ੁੱਧ ਖੋਦ ਬੈ ਪੁਖਤਾ ਬਜ਼ੰਗ ਜੇ ਬਖਤਰ ਜੇ ਬਰਗ ਸਤਵਾ ਬਾ ਖੁਦੰਗ। ਜੰਗ ਵਿੱਚ ਤੀਰਾਂ ਦੀ ਮਾਰ ਨਾਲ ਸੰਜੋਆ ਟੋਪ ਅਤੇ ਘੋੜਿਆਂ ਦੇ ਕਵਚ ਟੁਕੜੇ ਟੁਕੜੇ ਹੋ ਗਏ। ਕੁਨਾ ਤੀਰ 12 ਸ਼ਬਦ ਕਾਰਜ਼ਾਰ ਜੇ ਬਖਤਰ ਜੇ ਜ਼ਿਰਹਾ ਬਰਾਰਦ ਸ਼ਰਾਰ। ਜੰਗ ਵਿੱਚ ਤੀਰਾਂ ਦੀ ਅਜੀ ਵਰਖਾ ਹੋਈ ਕਿ ਸੰਜੋਆ ਵਿੱਚ ਅੱਗ ਦੇ ਚੰਗਿਆੜੇ ਨਿਕਲਣ ਲੱਗ ਪਏ। ਬਰਕਸ਼ ਅੰਦਰ ਆਮਦ ਚੂ ਸ਼ੇਰੇ ਨਿਹੰਗ ਜ਼ਿਮੀ ਗਸ਼ਤ ਸ਼ੁੱਧ ਹਮ ਚੂ ਪੁਸ਼ਤੇ ਪੇਲੰਗ। ਜੰਗ ਵਿੱਚ ਸ਼ੇਰਾਂ ਵਰਗੇ ਸੂਰਮਿਆਂ ਦੇ ਘੋੜੇ ਨੱਚਣ ਕੁੱਦਣ ਲੱਗ ਪਏ। ਉਹਨਾਂ ਦੇ ਖੁਰਾਂ ਨਾਲ ਧਰਤੀ ਚਿੱਤਰੇ ਦੀ ਪਿੱਠ ਵਰਗੀ ਦੱਬ ਖੜੱਬੀ ਹੋ ਗਈ। ਚੂਨਾ ਜ਼ਿਹਾਦਾ ਸ਼ੁੱਧ ਆਤਸ਼ੇ ਤੀਰ ਬਾਰ ਕਿ ਅਕਲ ਅਜ਼ ਮਗਜ਼ ਰਫਤ ਹੋਸ਼ ਅਜ਼ ਦਿਮਾਰ। ਤੀਰਾਂ ਦੀ ਵਰਖੇ ਨਾਲ ਅੱਗ ਗਰਮੀ ਇੰਨੀ ਤੇਜ਼ ਹੋ ਗਈ ਕਿ ਸੂਰਮਿਆਂ ਦੀ ਅਕਲ ਹੋਸ਼ ਤੇ ਦਿਮਾਗ ਟਿਕਾਣੇ ਨਾ ਰਿਹਾ। ਚੂਨਾ ਆਵੇਖਤ ਹਰ ਦੋ ਹੁਮਾ ਜ਼ਾਏ ਜੰਗ ਦੇ ਤੇਗ ਅਜ਼ਮੀਆਂ ਗਸ਼ਤ ਤਰਕਸ਼ ਖਤੰਗ। ਉਹ ਦੋਵੇਂ ਜੰਗ ਵਿੱਚ ਅਜੇ ਉਲਝੇ ਕਿ ਮਿਆਨਾਂ ਵਿੱਚੋਂ ਤਲਵਾਰਾਂ ਚੱਲੀ ਗਈਆਂ ਤੇ ਪੱਥਿਆਂ ਵਿੱਚ ਤੀਰ ਖਤਮ ਹੋ ਗਏ, ਭਾਵ ਤਲਵਾਰਾਂ ਟੁੱਟ ਗਈਆਂ ਤੇ ਮਿਆਨ ਖਾਲੀ ਰਹਿ ਗਏ ਤੇ ਤੀਰ ਵੀ ਮੁੱਕ ਗਏ। ਚੁਨਾ ਜੰਗ ਕਰਦੰਦ ਸੁਬੈਤਾਬ ਸ਼ਾਮ ਬੇਅਫਤਾਦ ਮੁਰਸ਼ਦ ਨਾ ਖੁਰਦੰਦ ਤਾਮ। ਦੋਵਾਂ ਨੇ ਜੰਗ ਕਰਦਿਆਂ ਸਵੇਰ ਤੋਂ ਸ਼ਾਮ ਕਰ ਦਿੱਤੀ ਅਤੇ ਰੋਟੀ ਵੀ ਨਾ ਖਾਧੀ। ਆਖਰ ਬੇਹੋਸ਼ ਹੋ ਕੇ ਦੋਵੇਂ ਡਿੱਗ ਪਏ। ਜੀ ਖੁਦ ਮਾਂਦ ਹੈ ਸ਼ੁੱਧ ਹਰ ਦੂ ਦਰਜ਼ਾਏ ਜੰਗ ਚੂ ਸ਼ੇਰੋ ਯਾਨੋ ਜੁਬਾਜ਼ਾ ਪਿਲੰਗ।
ਉਹ ਦੋਵੇਂ ਜੰਗ ਕਰਦਿਆਂ ਕਰਦਿਆਂ ਥੱਕ ਗਏ। ਉਹਨਾਂ ਨੇ 2 ਸ਼ੇਰਾਂ 2 ਚੀਤਿਆਂ ਤੇ 2 ਬਾਜਾਂ ਵਾਂਗ ਭਿਆਨਕ ਯੁੱਧ ਕੀਤਾ। ਭਾਵ ਜਿਵੇਂ ਕਿ ਸ਼ੇਰ 2 ਬਾਜ ਜਾਂ 2 ਚੀਤੇ ਆਪਸ ਵਿੱਚ ਲੜਦੇ ਹਨ, ਤਿਵੇਂ ਹੀ ਉਹ ਦੋਵੇਂ ਲੜੇ। ਚੂ ਹਬਸ਼ੀ ਬਰੁਦ ਦੁਜ਼ੁਦ ਦਿਨਾਰ ਜ਼ਰਦ ਜ਼ਹਾਂ ਗਸ਼ਤ ਚੂ ਗੁਮਜ਼ੇ ਦੂਦ ਗਰਦ। ਇੰਨੇ ਵਿੱਚ ਹਵਸ਼ ਦੇਸ਼ ਦਾ ਕਾਲਾ ਚੋਰ ਸੋਨੇ ਦੀ ਮੋਹਰ ਨੂੰ ਚੁਰਾ ਕੇ ਲੈ ਗਿਆ ਤੇ ਜਹਾਨ ਧੂਏ ਤੋਂ ਘੰਟੇ ਦੇ ਬੁਰਜ ਵਾਂਗੂ ਹੋ ਗਿਆ। ਭਾਵ ਸੂਰਜ ਅਸਤ ਹੋ ਗਿਆ ਤੇ ਸਾਰੇ ਸੰਸਾਰ ਵਿੱਚ ਹਨੇਰਾ ਪਸਰ ਗਿਆ। ਸੀਐਮ ਰੋਜ਼ ਚੂਗਾ ਬਿਬੁਰਦ ਆਫਤਾਬ ਜ਼ਹਾਂ ਗਸ਼ਤ ਚੂ ਰੋਸ਼ਨਸ ਮਹਿਤਾਬ। ਤੀਜੇ ਦਿਨ ਸੂਰਜ ਆਪਣੇ ਪ੍ਰਕਾਸ਼ ਰੂਪੀ ਖੁੰਡੀ ਨਾਲ ਰਾਤ ਰੂਪੀ ਗੇਂਦ ਨੂੰ ਲੈ ਗਿਆ ਤੇ ਸਾਰਾ ਜਹਾਨ ਚੰਦਰਮਾ ਦੇ ਪ੍ਰਕਾਸ਼ ਵਾਂਗੂ ਪ੍ਰਕਾਸ਼ਵਾਨ ਹੋ ਗਿਆ। ਭਾਵ ਸੂਰਜ ਉਦੇ ਹੋ ਗਿਆ ਤੇ ਰਾਤ ਦਾ ਹਨੇਰਾ ਦੂਰ ਹੋ ਗਿਆ। ਬਰਖਾਸਤ ਹਰ ਦੋ ਅਜ਼ੀਜ਼ ਆਏ ਜ਼ੰਗ ਰਵਾਂ ਕਰਦ ਕਰ ਹਰ ਸੂਈ ਤੀਰੋ ਤੁਫੰਗ। ਦੋਹਾਂ ਪਾਸਿਆਂ ਦੇ ਸੂਰਮੇ ਜੰਗ ਵਿੱਚ ਜਾਣ ਲਈ ਉੱਠ ਖਲੋਤੇ ਤੇ ਉਹਨਾਂ ਹਰ ਪਾਸੇ ਤੀਰ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚੁਨਾ ਗਰਮ ਸ਼ੁੱਧ ਆਤਸ਼ੇ ਕਾਰਜ਼ਾਰ ਕਿ ਫੀਲੇ ਦੂ 10,000 ਆਮਦ ਬਕਾਰ। ਜੰਗ ਜਦੋਂ ਅੱਗ ਵਾਂਗੂ ਬਹੁਤ ਮੱਚ ਉੱਠਿਆ ਤਾਂ ਉਸ ਜੰਗ ਵਿੱਚ 12,000 ਹਾਥੀ ਕੰਮ ਆ ਗਏ, ਭਾਵ ਮਰ ਗਏ। ਬਕਾਰ ਆਮਦੈ ਅਸਪ ਹਫਤ 7,000 ਹਮੈ ਜਾਨ ਸ਼ਾਹਿਸਤੇ ਨਾਮਦਾਰ। ਉਸ ਜੰਗ ਵਿੱਚ 7 ਲੱਖ ਘੋੜੇ ਤੇ ਬਹੁਤ ਸਾਰੇ ਸੋਹਣੇ ਸੋਹਣੇ ਤੇ ਨਾਮੀ ਜਵਾਨ ਮਰ ਗਏ। ਜੀ ਸਿੰਧੀ ਬ ਅਰਬੀ ਬ ਇਰਾਕ ਰਾਏ ਬਕਾਰ ਆਮਦ ਹੈ ਅਸਪ ਚੂ ਬਾਦ ਪਾਏ। ਸਿੰਧ, ਅਰਬ ਅਤੇ ਇਰਾਕ ਦੇਸ਼ ਦੇ ਹਵਾ ਨਾਲੋਂ ਤੇਜ਼ ਚੱਲਣ ਵਾਲੇ ਘੋੜੇ ਰਣ ਖੇਤਰ ਵਿੱਚ ਮਾਰੇ ਗਏ। ਬਸ਼ੇ ਕੁਸ਼ਤੈ ਸਰਹੰਗ ਸ਼ਾਇਸਤੈ ਸ਼ੇਰ ਬੇਵਕਤੈ ਤਰਦਦ ਬਕਾਰੈ ਦਲੇਰ। ਯੁੱਧ ਵਿੱਚ ਬਹੁਤ ਸੋਹਣੇ ਸੋਹਣੇ ਸ਼ੇਰਾਂ ਵਰਗੇ ਸਰਦਾਰ ਮਰ ਗਏ ਜੋ ਜੰਗ ਕਰਨ ਵਿੱਚ ਬੜੇ ਹੀ ਦਲੇਰ ਸਨ। ਬਗਰਦੀਦਨ ਆਮਦੂ ਉਬਰੇ ਸਿਹਾ ਨਵੇਂ ਖੂਨ ਮਾਹੀ ਲਕੋ ਤੇਗ ਮਾਹ। ਗਰਜਦੇ ਹੋਏ 2 ਕਾਲੇ ਬੱਦਲ ਆਏ, ਉਹਨਾਂ ਦੇ ਖੂਨ ਦੀਆਂ ਬੂੰਦਾਂ ਧਾਰਾਂ ਪਤਾਲ ਤੱਕ ਤੇ ਤਲਵਾਰ ਦੀ ਚਮਕ ਚੰਦਰਮਾ ਤੱਕ ਪਹੁੰਚ ਗਈ। ਭਾਵ ਲਹੂ ਦੀਆਂ ਬੂੰਦਾਂ ਪਤਾਲ ਤੱਕ ਜਾ ਪੁੱਜੀਆਂ ਤੇ ਤਲਵਾਰ ਦੀ ਚਮਕ ਆਕਾਸ਼ ਤੱਕ ਜਾ ਪਹੁੰਚੀ। ਅਰਥਾਤ ਇਸ ਯੁੱਧ ਦੀ ਖਬਰ ਪਤਾਲ ਤੋਂ ਲੈ ਕੇ ਸਵਰਗ ਤੱਕ ਪਹੁੰਚ ਗਈ। ਬਜ਼ੰਗ ਅੰਦਰੂ ਗੋਗੇ ਗਾਜੀਆਂ ਜ਼ਿਮੀ ਤੰਗ ਸ਼ੁੱਧ ਅਜ਼ ਸੁਮੇ ਤਾਜੀਆਂ। ਜੰਗ ਵਿੱਚ ਸੂਰਮਿਆਂ ਦਾ ਰੌਲਾ ਗੋਲਾ ਮੱਚਿਆ ਤੇ ਘੋੜਿਆਂ ਦੇ ਸੁੰਮਾਂ ਨਾਲ ਧਰਤੀ ਕੁਰਲਾ ਉੱਠੀ। ਭਾਵ ਘੋੜਿਆਂ ਦੀ ਭੱਜ ਨੱਠ ਨਾਲ ਧਰਤੀ ਕੰਬਣ ਲੱਗੀ। ਸੁਮੇ ਬਾਦ ਪਾਇਆਨ ਫੌਲਾਦ ਨਾਲ ਜ਼ਿਮੀ ਗਸ਼ਤ ਪੁਸ਼ਤੇ ਪਿਲੰਗੀ ਮਿਸਾਲ। ਹਵਾ ਦੀ ਚਾਲ ਚੱਲਣ ਵਾਲੇ ਘੋੜਿਆਂ ਦੀਆਂ ਫੁਲਾਦੀ ਖੁਰੀਆਂ ਨਾਲ ਧਰਤੀ ਦੀ ਪਿੱਠ ਚੀਤਿਆਂ ਦੇ ਰੰਗ ਵਰਗੀ ਡੱਬ ਖੜੱਬੀ ਹੋ ਗਈ। ਇਹ ਬਹੁਤ ਹੀ ਇੱਕ ਭਿਆਨਕ ਜਿਹੜੀ ਯੁੱਧ ਹੋ ਰਿਹਾ ਸੀ, ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਔਰੰਗਜ਼ੇਬ ਨੂੰ ਚਿੱਠੀ ਦੇ ਵਿੱਚ ਦੱਸ ਰਹੇ ਹਨ। ਇਸ ਯੁੱਧ ਬਾਰੇ ਅਸੀਂ ਇਸੀ ਲੜੀ ਨੂੰ ਫੇਰ ਅੱਗੇ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ।